ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਬਰਾਂ ਤੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਇੱਕ ਹੋਰ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਸ ਵਿੱਚ ਦੋਸ਼ ਹੈ ਕਿ ਟਰੰਪ ਨੇ ਗੁਪਤ ਦਸਤਾਵੇਜ਼ਾਂ ਦੀ ਜਾਂਚ 'ਚ ਰੁਕਾਵਟ ਪਾਉਣ ਲਈ ਫਲੋਰੀਡਾ 'ਚ ਮੌਜੂਦ ਆਪਣੀ ਰਿਹਾਇਸ਼ ਮਾਰੇ-ਲਾਗੋ 'ਚ ਨਿਗਰਾਨੀ ਲਈ ਲਗਾਏ ਗਏ CCTV ਫੁਟੇਜ ਨੂੰ ਡਿਲੀਟ ਕਰਵਾ ਦਿੱਤਾ ਹੈ। ਫੈਡਰਲ ਪ੍ਰੋਸੀਕਿਊਟਰ ਨੇ ਅਦਾਲਤ 'ਚ ਟਰੰਪ ਖਿਲਾਫ ਇਹ ਮਾਮਲਾ ਦਾਇਰ ਕੀਤਾ ਹੈ। ਜ਼ਿਕਰਯੋਗ ਹੈ ਕਿ ਟਰੰਪ ਦੇ ਇੱਕ ਪ੍ਰਤੀਨਿਧੀ ਨੇ ਦਸੰਬਰ 2021 'ਚ ਨੈਸ਼ਨਲ ਆਰਕਾਈਵਜ਼ ਨੂੰ ਦੱਸਿਆ ਸੀ ਕਿ ਰਾਸ਼ਟਰਪਤੀ ਨਾਲ ਸੰਬੰਧਿਤ ਕਈ ਰਿਕਾਰਡ ਉਹਨਾਂ ਦੀ ਰਿਹਾਇਸ਼ ਮਾਰੇ-ਲਾਗੋ ਤੋਂ ਮਿਲੇ ਨੇ। ਡੋਨਾਲਡ ਟਰੰਪ ਤੇ ਦੋਸ਼ ਹੈ ਕਿ ਉਸ ਦੇ ਫਲੋਰੀਡਾ ਸਥਿਤ ਘਰ ਦੀ ਸੁਰੱਖਿਆ ਫੁਟੇਜ ਨੂੰ ਮਿਟਾਉਣ ਲਈ ਇੱਕ ਕਰਮਚਾਰੀ ਤੇ ਦਬਾਅ ਪਾਇਆ ਗਿਆ ਸੀ, ਜਿਸ ਵਿੱਚ ਉਸ ਦੇ ਕਥਿਤ ਤੌਰ ਤੇ ਕਲਾਸੀਫਾਈਡ ਫਾਈਲਾਂ ਦੀ ਦੁਰਵਰਤੋਂ ਨਾਲ ਸੰਬੰਧਿਤ ਨਵੇਂ ਅਪਰਾਧਿਕ ਦੋਸ਼ ਨੇ। ਨਵੇਂ ਦੋਸ਼ਾਂ 'ਚ ਇੱਕ ਬਚਾਅ ਦੀ ਜਾਣਕਾਰੀ ਨੂੰ ਜਾਣਬੁੱਝ ਕੇ ਰੱਖਣ ਅਤੇ 2 ਰੁਕਾਵਟਾਂ ਨੂੰ ਜੋੜਿਆ ਗਿਆ ਹੈ, ਜਿਸ ਨਾਲ ਇਸ ਕੇਸ ਵਿੱਚ ਕੁੱਲ 40 ਦੋਸ਼ ਹੋ ਗਏ ਨੇ। ਟਰੰਪ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ। ਉਹ ਕਈ ਕਾਨੂੰਨੀ ਕੇਸ ਲੜ ਰਹੇ ਨੇ ਕਿਉਂਕਿ ਉਹ ਦੁਬਾਰਾ ਰਾਸ਼ਟਰਪਤੀ ਦੀ ਚੋਣ ਲੜ ਰਹੇ ਨੇ। ਸਾਬਕਾ ਅਮਰੀਕੀ ਰਾਸ਼ਟਰਪਤੀ ਦੀ ਮਾਰੇ-ਲਾਗੋ ਐਸਟੇਟ ਦੇ ਇੱਕ ਸਟਾਫ ਮੈਂਬਰ ਕਾਰਲੋਸ ਡੀ ਓਲੀਵੀਰਾ ਨੂੰ ਵੀ ਹੁਣ ਦੋਸ਼ੀ ਠਹਿਰਾਇਆ ਗਿਆ ਹੈ। ਉਸ ਤੇ ਇਹ ਦੋਸ਼ ਹੈ ਕਿ ਉਸ ਨੇ ਪੁੱਛਿਆ ਸੀ ਕਿ ਫੁਟੇਜ ਨੂੰ ਮਿਟਾਉਣ ਲਈ ਕੀ ਕੀਤਾ ਜਾ ਸਕਦਾ ਹੈ। ਪ੍ਰੋਸੀਕਿਊਟਰਸ ਦਾ ਕਹਿਣਾ ਹੈ ਕਿ ਇਹ ਦਿਖਾਉਂਦਾ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਰੱਖੀਆਂ ਗਈਆਂ ਫਾਈਲਾਂ ਨੂੰ ਹਿਲਾਇਆ ਜਾ ਰਿਹਾ ਹੈ। ਟਰੰਪ ਨੇ ਆਪਣੇ ਨਜ਼ਦੀਕੀ ਸਹਿਯੋਗੀ ਵਾਲਟ ਨੋਟਾ ਦੇ ਨਾਲ ਦੋਸ਼ੀ ਨਾ ਹੋਣ ਦੀ ਬੇਨਤੀ ਕੀਤੀ ਹੈ, ਜਿਸ ਨੂੰ ਵੀਰਵਾਰ ਨੂੰ obstruction ਦੇ 2 ਵਾਧੂ ਦੋਸ਼ ਮਿਲੇ ਨੇ। ਨਵੇਂ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਮਿਸਟਰ ਨੋਟਾ ਅਤੇ ਮਿਸਟਰ ਡੀ ਓਲੀਵੀਰਾ ਨੇ ਸੁਰੱਖਿਆ ਕੈਮਰਿਆਂ ਤੋਂ ਫੁਟੇਜ ਨੂੰ ਮਿਟਾਉਣ ਦੀ ਸਾਜ਼ਿਸ਼ ਰਚੀ ਜਦੋਂ ਨਿਆਂ ਵਿਭਾਗ ਨੇ ਬੇਸਮੈਂਟ ਦੀ ਨਿਗਰਾਨੀ ਫੁਟੇਜ ਮੰਗਣ ਲਈ ਇੱਕ ਸਬਪੋਨਾ ਜਾਰੀ ਕੀਤਾ, ਜਿੱਥੇ ਇਹ ਕਿਹਾ ਗਿਆ ਸੀ ਕਿ ਗੁਪਤ ਦਸਤਾਵੇਜ਼ ਰੱਖੇ ਗਏ ਸਨ। ਅਦਾਲਤੀ ਦਸਤਾਵੇਜ਼ਾਂ 'ਚ ਮਿਸਟਰ ਡੀ ਓਲੀਵੀਰਾ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਇੱਕ ਹੋਰ ਕਰਮਚਾਰੀ ਨੂੰ ਟੈਕਸਟ ਕੀਤਾ ਸੀ ਜੋ ਸੂਚਨਾ ਤਕਨਾਲੋਜੀ ਦਾ ਨਿਰਦੇਸ਼ਕ ਸੀ ਕਿ ਬੌਸ ਸਰਵਰ ਨੂੰ ਮਿਟਾਉਣਾ ਚਾਹੁੰਦਾ ਸੀ। ਅਮਰੀਕੀ ਮੀਡੀਆ ਨੇ ਦੱਸਿਆ ਕਿ ਟਰੰਪ ਦੇ ਅਟਾਰਨੀ ਜੌਨ ਲੋਰੋ ਅਤੇ ਟੌਡ ਬਲੈਂਚ ਨੇ ਵਾਸ਼ਿੰਗਟਨ DC 'ਚ ਮਿਸਟਰ ਸਮਿਥ ਦੇ ਦਫ਼ਤਰ 'ਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਸਾਬਕਾ ਰਾਸ਼ਟਰਪਤੀ ਨੇ ਇਸ ਮਹੀਨੇ ਦੇ ਸ਼ੁਰੂ 'ਚ ਕਿਹਾ ਸੀ ਕਿ ਉਸ ਨੂੰ ਇਸ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਦੀ ਉਮੀਦ ਸੀ, ਪਰ ਵੀਰਵਾਰ ਨੂੰ ਉਹਨਾਂ ਨੇ ਕਿਹਾ ਕਿ ਉਸ ਦੇ ਵਕੀਲਾਂ ਨੂੰ ਸਮੇਂ ਦਾ ਕੋਈ ਸੰਕੇਤ ਨਹੀਂ ਮਿਲਿਆ। ਪ੍ਰੈਜ਼ੀਡੈਂਸ਼ੀਅਲ ਰਿਕਾਰਡਸ ਐਕਟ ਦੇ ਅਨੁਸਾਰ ਵਾਈਟ ਹਾਊਸ ਦੇ ਦਸਤਾਵੇਜ਼ ਅਮਰੀਕੀ ਸਰਕਾਰ ਦੀ ਜਾਇਦਾਦ ਹੁੰਦੇ ਨੇ। ਉਹਨਾਂ ਨੂੰ ਉੱਥੇ ਹੀ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਜਨਵਰੀ 2022 'ਚ ਨੈਸ਼ਨਲ ਆਰਕਾਈਵਜ਼ ਨੇ ਟਰੰਪ ਦੇ ਫਲੋਰੀਡਾ ਦੇ ਘਰ ਤੋਂ ਗੁਪਤ ਦਸਤਾਵੇਜ਼ਾਂ ਦੇ 15 ਬਕਸੇ ਬਰਾਮਦ ਕੀਤੇ ਸਨ। ਅਗਸਤ 2022 'ਚ US ਜਾਂਚ ਏਜੰਸੀ ਨੇ ਮਾਰੇ-ਲਾਗੋ ਵਿਖੇ ਕੁੱਲ 11,000 ਦਸਤਾਵੇਜ਼ਾਂ ਵਾਲੇ 33 ਤੋਂ ਵੱਧ ਬਕਸੇ ਅਤੇ ਕੰਟੇਨਰ ਜ਼ਬਤ ਕੀਤੇ ਸਨ। ਇਸ ਵਿੱਚ 100 ਵਰਗੀਕ੍ਰਿਤ ਦਸਤਾਵੇਜ਼ ਸ਼ਾਮਲ ਸਨ। ਅਮਰੀਕੀ ਵਪਾਰ ਵਿਭਾਗ ਨੇ ਅਪ੍ਰੈਲ-ਜੂਨ ਤਿਮਾਹੀ ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਸ ਦੌਰਾਨ ਕੁੱਲ ਘਰੇਲੂ ਉਤਪਾਦ ਦੀ ਵਿਕਾਸ ਦਰ ਵੱਧ ਕੇ 2.4% ਹੋ ਗਈ ਹੈ, ਜਦਕਿ ਜਨਵਰੀ-ਮਾਰਚ ਤਿਮਾਹੀ 'ਚ ਇਹ 2% ਰਹੀ। ਅਮਰੀਕੀ ਅਰਥ ਵਿਵਸਥਾ ਦੀ ਵਿਕਾਸ ਦਰ ਵਿੱਚ ਤੇਜ਼ੀ ਆਉਣਾ ਇਸ ਲਿਹਾਜ਼ ਨਾਲ ਅਹਿਮ ਹੈ ਕਿ ਇਸ ਦਾ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਪਿਛਲੇ ਸਾਲ ਤੋਂ ਹੀ ਮਹਿੰਗਾਈ ਨੂੰ ਹੇਠਾਂ ਲਿਆਉਣ ਲਈ ਲਗਾਤਾਰ ਵਿਆਜ ਦਰ 'ਚ ਵਾਧਾ ਕਰ ਰਿਹਾ ਹੈ। ਪਿਛਲੀਆਂ 12 ਬੈਠਕਾਂ 'ਚੋਂ 11 ਵਾਰ ਦਰ ਵਾਧਾ ਹੋਇਆ ਹੈ। ਅਮਰੀਕਾ 'ਚ ਨੀਤੀਗਤ ਵਿਆਜ ਦਰ 'ਚ ਵਾਧੇ ਦੇ ਬਾਵਜੂਦ ਅਪ੍ਰੈਲ-ਜੂਨ ਤਿਮਾਹੀ 'ਚ ਅਰਥ ਵਿਵਸਥਾ ਨੇ ਉਮੀਦ ਨਾਲੋਂ ਕਿਤੇ ਬਿਹਤਰ ਪ੍ਰਦਰਸ਼ਨ ਕਰਦੇ ਹੋਏ 2.4% ਦੀ ਦਰ ਨਾਲ ਵਾਧਾ ਕੀਤਾ ਹੈ। ਅਮਰੀਕੀ ਵਪਾਰ ਵਿਭਾਗ ਨੇ ਵੀਰਵਾਰ ਨੂੰ ਅਪ੍ਰੈਲ-ਜੂਨ ਤਿਮਾਹੀ ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਇਸ ਦੌਰਾਨ ਕੁੱਲ ਘਰੇਲੂ ਉਤਪਾਦ ਦੀ ਵਿਕਾਸ ਦਰ ਵੱਧ ਕੇ 2.4% ਹੋ ਗਈ ਹੈ, ਜਦਕਿ ਜਨਵਰੀ-ਮਾਰਚ ਤਿਮਾਹੀ 'ਚ ਇਹ 2% ਰਹੀ ਸੀ। ਅਮਰੀਕੀ ਅਰਥ ਵਿਵਸਥਾ ਦੀ ਵਿਕਾਸ ਦਰ 'ਚ ਤੇਜ਼ੀ ਆਉਣਾ ਇਸ ਲਿਹਾਜ਼ ਨਾਲ ਅਹਿਮ ਹੈ ਕਿ ਇਸ ਦਾ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਪਿਛਲੇ ਸਾਲ ਤੋਂ ਹੀ ਮਹਿੰਗਾਈ ਨੂੰ ਹੇਠਾਂ ਲਿਆਉਣ ਦੇ ਲਈ ਲਗਾਤਾਰ ਵਿਆਜ ਦਰ 'ਚ ਵਾਧਾ ਕਰ ਰਿਹਾ ਹੈ। ਪਿਛਲੀਆਂ 12 ਬੈਠਕਾਂ 'ਚੋਂ 11 ਵਾਰ ਦਰ 'ਚ ਵਾਧਾ ਹੋਇਆ ਹੈ। ਬੁੱਧਵਾਰ ਨੂੰ ਹੀ ਫੈਡਰਲ ਰਿਜ਼ਰਵ ਨੇ ਵਿਆਜ ਦਰ ਨੂੰ ਵਧਾ ਕੇ 5.25 ਤੋਂ 5.50% ਕਰ ਦਿੱਤਾ।
ਇਸ ਦੇ ਨਾਲ ਹੀ ਉਸਨੇ ਅਗਲੀਆਂ ਬੈਠਕਾਂ ਵਿੱਚ ਵੀ ਵਿਕਾਸ ਦੀ ਸੰਭਾਵਨਾ ਨੂੰ ਖੁੱਲ੍ਹਾ ਰੱਖਿਆ। ਹਾਲਾਂਕਿ ਵਿਆਜ ਦਰ ਵਧਾਏ ਜਾਣ ਨਾਲ ਅਮਰੀਕੀ ਅਰਥ ਵਿਵਸਥਾ ਦੇ ਮੰਦੀ 'ਚ ਚਲੇ ਜਾਣ ਦੇ ਖਦਸ਼ੇ ਪ੍ਰਗਟਾਏ ਜਾਂਦੇ ਰਹੇ ਨੇ, ਪਰ ਇਸ ਨੇ ਆਪਣਾ ਜੁਝਾਰੂਪਨ ਦਿਖਾਉਂਦੇ ਹੋਏ ਇਸ ਤੋਂ ਕਾਫੀ ਹੱਦ ਤੱਕ ਦੂਰ ਰਹਿਣ ਦੇ ਸੰਕੇਤ ਦਿੱਤੇ ਨੇ। ਕੌਮਾਂਤਰੀ ਮੁਦਰਾ ਫੰਡ ਨੇ ਇਸੇ ਹਫ਼ਤੇ ਜਾਰੀ ਆਪਣੇ ਅਨੁਮਾਨ 'ਚ ਇਹ ਕਿਹਾ ਹੈ ਕਿ ਇਸ ਸਾਲ ਅਮਰੀਕੀ ਅਰਥ ਵਿਵਸਥਾ ਦੀ ਕੁੱਲ ਵਿਕਾਸ ਦਰ 1.8% ਰਹਿ ਸਕਦੀ ਹੈ, ਜੋ ਸਾਲ 2022 'ਚ 2% ਰਹੀ ਸੀ। ਹਾਲਾਂਕਿ ਮਾਟੇਨਰੀ ਫੰਡ ਨੇ ਅਪ੍ਰੈਲ 'ਚ ਵਿਕਾਸ ਦਰ 1.6% ਹੀ ਰਹਿਣ ਦੀ ਗੱਲ ਕਹੀ ਸੀ। ਸਭ ਤੋਂ ਹੇਠ ਅਮਰੀਕਾ 'ਚ ਬੇਰੁਜ਼ਗਾਰੀ ਭੱਤਾ ਅਤੇ ਉਸ ਨਾਲ ਜੁੜੇ ਹੋਰ ਲਾਭ ਹਾਸਲ ਕਰਨ ਲਈ ਅਰਜ਼ੀ ਦਾਖਲ ਕਰਨ ਵਾਲਿਆਂ ਦੀ ਗਿਣਤੀ 'ਚ ਪਿਛਲੇ ਹਫ਼ਤੇ ਗਿਰਾਵਟ ਦਰਜ ਕੀਤੀ ਗਈ। ਇਹ ਅੰਕੜਾ ਘਟਾ ਕੇ 5 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ਤੇ ਪੁੱਜ ਗਿਆ ਹੈ। ਕਿਰਤ ਮੰਤਰਾਲੇ ਦੀ ਜਾਰੀ ਰਿਪੋਰਟ ਮੁਤਾਬਕ 22 ਜੁਲਾਈ ਨੂੰ ਸਮਾਪਤ ਹਫ਼ਤੇ 'ਚ ਬੇਰੁਜ਼ਗਾਰੀ ਲਾਭ ਲਈ 2,21,000 ਅਰਜ਼ੀਆਂ ਮਿਲੀਆਂ, ਜਦਕਿ ਇੱਕ ਹਫ਼ਤਾ ਪਹਿਲਾਂ 2,28,000 ਅਰਜ਼ੀਆਂ ਮਿਲੀਆਂ ਸਨ। ਇਹਨਾਂ ਵਿੱਚ 7,000 ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਫਰਵਰੀ ਤੋਂ ਬਾਅਦ ਸਭ ਤੋਂ ਘੱਟ ਹੈ। ਅਮਰੀਕਾ 'ਚ 15 ਜੁਲਾਈ ਨੂੰ ਸਮਾਪਤ ਹਫ਼ਤੇ 'ਚ 16.9 ਲੱਖ ਲੋਕ ਬੇਰੁਜ਼ਗਾਰੀ ਲਾਭ ਹਾਸਲ ਕਰ ਰਹੇ ਸਨ। ਇਹ ਉਸ ਦੇ ਪਿਛਲੇ ਹਫ਼ਤੇ ਦੀ ਤੁਲਨਾ ਦੇ ਵਿੱਚ ਕਰੀਬ 59,000 ਘੱਟ ਅਤੇ ਜਨਵਰੀ ਤੋਂ ਬਾਅਦ ਸਭ ਤੋਂ ਘੱਟ ਸੀ। ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਆਲੋ ਭੱਟੀ ਦੇ ਇੱਕ 27 ਸਾਲ ਦੇ ਨੌਜਵਾਨ ਦੀ ਕੈਲੀਫੋਰਨੀਆ ਦੇ ਵਿਕਟਰ ਵੈਲੀ 'ਚ ਇੱਕ ਸਟੋਰ 'ਚ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਪ੍ਰਵੀਨ ਕੁਮਾਰ ਦੇ ਪਿਤਾ ਸੂਰਜ ਸਿੰਘ ਨੇ ਦੱਸਿਆ ਕਿ ਉਸ ਦੇ 2 ਬੇਟੇ ਨੇ ਤੇ ਦੋਵੇਂ ਅਮਰੀਕਾ 'ਚ ਇੱਕੋ ਥਾਂ ਤੇ ਕੰਮ ਕਰਦੇ ਨੇ। ਪ੍ਰਵੀਨ ਨੂੰ ਅਮਰੀਕਾ ਗਏ ਨੂੰ 7 ਸਾਲ ਹੋ ਗਏ ਨੇ ਤੇ ਛੋਟਾ ਬੇਟਾ 3 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ। ਸੂਰਜ ਸਿੰਘ ਨੇ ਦੱਸਿਆ ਕਿ ਉਸ ਦੇ ਛੋਟੇ ਬੇਟੇ ਨੇ ਦੱਸਿਆ ਹੈ ਕਿ ਇੱਕ ਕਾਤਲ ਲੁਟੇਰਾ ਉਸ ਸਟੋਰ ਤੇ ਆਇਆ ਜਿੱਥੇ ਪ੍ਰਵੀਨ ਕੰਮ ਕਰਦਾ ਹੈ ਤੇ ਪ੍ਰਵੀਨ ਤੋਂ ਪੈਸਿਆਂ ਦੀ ਮੰਗ ਕਰਨ ਲੱਗਾ। ਜਦੋਂ ਪ੍ਰਵੀਨ ਨੇ ਵਿਰੋਧ ਕੀਤਾ ਤਾਂ ਲੁਟੇਰੇ ਨੇ ਉਸ ਦੇ ਗੋਲੀਆਂ ਮਾਰ ਦਿੱਤੀਆਂ। ਗੋਲੀ ਲੱਗਣ ਨਾਲ ਪ੍ਰਵੀਨ ਦੀ ਮੌਤ ਹੋ ਗਈ। ਇਸ ਦੁਖਦਾਈ ਖਬਰ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਹੈ, ਕਿਉਂਕਿ ਵਿਦੇਸ਼ਾਂ ਤੋਂ ਭਾਰਤੀ ਨੌਜਵਾਨਾਂ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਅਮਰੀਕਾ ਦੇ ਹਿਊਸਟਨ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਗੰਭੀਰ ਰੂਪ 'ਚ ਝੁਲਸੀ ਭਾਰਤੀ ਮੂਲ ਦੇ ਵਿਦਿਆਰਥਣ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ। ਹਿਊਸਟਨ ਯੂਨੀਵਰਸਿਟੀ 'ਚ ਸੂਚਨਾ ਤਕਨਾਲੋਜੀ ਦੀ ਪੜ੍ਹਾਈ ਕਰ ਰਹੀ ਵਿਦਿਆਰਥੀ ਸਾਸੁਰਨੀਆ ਕੋਡੂਰੂ 2 ਜੁਲਾਈ ਨੂੰ ਸੈਨ ਜੈਕਿੰਟੋ ਮੈਮੋਰੀਅਲ ਪਾਰਕ 'ਚ ਆਪਣੇ ਦੋਸਤਾਂ ਨਾਲ ਸੈਰ ਕਰ ਰਹੀ ਸੀ ਜਦੋਂ ਉਸ ਨੂੰ ਬਿਜਲੀ ਡਿੱਗ ਗਈ। ਉਸ ਦੀ ਹਾਲਤ ਵਿਗੜ ਗਈ ਸੀ ਅਤੇ ਉਹ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੀ ਸੀ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਕੋਡੂਰੂ ਪਿਛਲੇ ਹਫ਼ਤੇ ਤੋਂ ਆਪ ਸਾਹ ਲੈਣ ਲੱਗ ਗਈ ਹੈ ਤੇ ਵੈਂਟੀਲੇਟਰ ਤੋਂ ਉਤਾਰ ਦਿੱਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਬਿਨਾਂ ਵੈਂਟੀਲੇਟਰ ਤੋਂ ਠੀਕ ਹੈ ਤੇ ਜੇ ਉਸ ਦੀ ਸਿਹਤ ਇਸੇ ਤਰ੍ਹਾਂ ਸੁਧਰਦੀ ਰਹੀ ਤਾਂ ਭਵਿੱਖ ਵਿੱਚ ਉਸ ਨੂੰ ਵੈਂਟੀਲੇਟਰ ਦੀ ਲੋੜ ਨਹੀਂ ਪਵੇਗੀ। ਕੋਡੂਰੂ ਦਾ ਪਰਿਵਾਰ ਫਿਲਹਾਲ ਹੈਦਰਾਬਾਦ 'ਚ ਹੈ ਤੇ ਉਸ ਨੂੰ ਅਮਰੀਕਾ ਦਾ ਵੀਜ਼ਾ ਮਿਲ ਗਿਆ ਹੈ। ਅਮਰੀਕੀ ਸੰਸਦ ਦੀ ਮਹਿਲਾ ਮੈਂਬਰ ਗ੍ਰੇਸ ਮੈਂਗ ਨੇ ਕਿਹਾ ਹੈ ਕਿ ਹਿੰਦੂ, ਸਿੱਖ, ਬੋਧੀ ਅਤੇ ਜੈਨ ਸਮੇਤ ਵੱਖ-ਵੱਖ ਧਰਮਾਂ ਦੇ ਲੱਖਾਂ ਅਮਰੀਕੀਆਂ ਵੱਲੋਂ ਮਨਾਈ ਜਾਂਦੀ ਦੀਵਾਲੀ ਨੂੰ ਸੰਘੀ ਛੁੱਟੀ ਐਲਾਨ ਦਿੱਤਾ ਜਾਣਾ ਚਾਹੀਦਾ ਹੈ। ਵਕੀਲ ਤੋਂ ਸਿਆਸਤ ਬਣੀ ਮੈਂਗ ਨੇ ਦੇਸ਼ 'ਚ ਦੀਵਾਲੀ ਨੂੰ ਸੰਘੀ ਛੁੱਟੀ ਬਣਾਉਣ ਲਈ ਅਮਰੀਕੀ ਪ੍ਰਤੀਨਿਧੀ ਸਭਾ 'ਚ ਦੀਵਾਲੀ ਬਿੱਲ ਪੇਸ਼ ਕੀਤਾ ਹੈ। ਸੰਯੁਕਤ ਰਾਜ 'ਚ ਲਗਭਗ 200 ਮਿਲੀਅਨ ਲੋਕ ਜਾਂ US ਦੀ ਆਬਾਦੀ ਦਾ 60% ਗਰਮੀ ਦੀ ਐਡਵਾਈਜ਼ਰੀ ਜਾਂ ਹੜ੍ਹ ਚੇਤਾਵਨੀ ਦੇ ਅਧੀਨ ਹੈ ਜਾਂ ਨਵੇਂ ਖੇਤਰਾਂ ਨੂੰ ਗੰਭੀਰ ਤੂਫਾਨਾਂ ਦੀ ਸੰਭਾਵਨਾ ਲਈ ਕਿਹਾ ਗਿਆ ਹੈ। ਨੈਸ਼ਨਲ ਵੈਦਰ ਸਰਵਿਸ ਨੇ ਕਿਹਾ ਹੈ ਕਿ ਇੱਕ ਖਤਰਨਾਕ ਗਰਮੀ ਦੀ ਲਹਿਰ ਨੇ ਵੀਰਵਾਰ ਨੂੰ ਉੱਤਰ ਪੂਰਬ ਤੇ ਮੱਧ ਐਟਲਾਂਟਿਕ ਨੂੰ ਝੁਲਸਾਉਣਾ ਸ਼ੁਰੂ ਕੀਤਾ ਤੇ ਹਫ਼ਤੇ ਦੇ ਅੰਤ ਤੱਕ ਜਾਰੀ ਰਹੇਗਾ। ਉੱਤਰ ਪੂਰਬ ਅਤੇ ਦੱਖਣ ਨਿਊ ਇੰਗਲੈਂਡ ਅਤੇ ਦੱਖਣੀ ਫਲੋਰੀਡਾ ਦੇ ਕੁਝ ਹਿੱਸਿਆਂ ਲਈ ਤੇਜ਼ ਗਰਜ ਤੇ ਤੇਜ਼ ਹੜ੍ਹ ਦੀ ਸੰਭਾਵਨਾ ਹੈ। ਇਸ ਦੌਰਾਨ ਦੱਖਣ ਪੱਛਮੀ ਤੇ ਮੱਧ ਪੱਛਮੀ ਲਈ ਰਿਕਾਰਡ ਤੋੜ ਤਾਪਮਾਨ ਦਾ ਸਿਲਸਿਲਾ ਜਾਰੀ ਰਹੇਗਾ। ਨੈਸ਼ਨਲ ਵੈਦਰ ਸਰਵਿਸ ਦੇ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਮੁੱਖ ਭਵਿੱਖਬਾਣੀ ਕਰਨ ਵਾਲੇ ਬੌਬ ਓਰਾਵੇਕ ਨੇ ਕਿਹਾ ਹੈ ਕਿ ਇਹ ਸਾਰੇ ਵੱਡੇ ਸ਼ਹਿਰਾਂ ਨੂੰ ਹਿੱਟ ਕਰ ਰਿਹਾ ਹੈ। ਇਸੇ ਕਰਕੇ ਆਬਾਦੀ ਪ੍ਰਭਾਵਿਤ ਜ਼ਿਆਦਾ ਹੋ ਰਹੀ ਹੈ। ਵਿਗਿਆਨੀਆਂ ਨੇ ਲੰਬੇ ਸਮੇਂ ਤੋਂ ਚੇਤਾਵਨੀ ਦਿੱਤੀ ਹੈ ਕਿ ਜਲਵਾਯੂ ਤਬਦੀਲੀ ਜੈਵਿਕ ਈਂਧਨ ਦੇ ਜਲਣ ਦੁਆਰਾ ਸੰਚਾਲਿਤ ਅਤਿਅੰਤ ਮੌਸਮ ਦੇ ਹੋਰ ਲੰਬੇ ਸਮੇਂ ਤੱਕ ਚੱਲਣ ਦਾ ਕਾਰਨ ਬਣੇਗੀ। ਉਵਾਲਡੇ ਸਕੂਲ ਗੋਲਾਬਾਰੀ 'ਚ ਮਾਰੇ ਗਏ 19 ਪੀੜਤਾਂ ਵਿੱਚੋਂ ਇੱਕ ਦੀ ਮਾਂ ਟੈਕਸਾਸ ਸ਼ਹਿਰ ਦੀ ਮੇਅਰ ਬਣਨ ਦੀ ਦੌੜ 'ਚ ਹੈ। ਕਿੰਬਰਲੀ ਮਾਟਾਰੂਬੀਓ ਨੇ ਆਪਣੀ 10 ਸਾਲਾ ਧੀ ਲੇਕਸੀ, ਜੋ ਮਈ 2022 'ਚ ਰੌਬ ਐਲੀਮੈਂਟਰੀ ਸਕੂਲ 'ਚ ਸਮੂਹਿਕ ਗੋਲੀਬਾਰੀ 'ਚ ਮਾਰੀ ਗਈ ਸੀ, ਦੀ ਯਾਦ ਵਿੱਚ ਵੀਰਵਾਰ ਨੂੰ ਚੋਣ ਲੜਨ ਦਾ ਐਲਾਨ ਕੀਤਾ।
ਮੈਟਾ ਰੂਬੀਓ ਆਪਣੀ ਮੁਹਿੰਮ ਬਾਰੇ ਯੂਵਾਲਡੇ ਲੀਡਰ ਨਿਊਜ਼ ਸਟੋਰੀ ਦੀ ਇੱਕ ਫੋਟੋ ਸਾਂਝੀ ਕਰਦੇ ਹੋਏ ਇੱਕ ਸੋਸ਼ਲ ਮੀਡੀਆ ਪੋਸਟ 'ਚ ਲਿਖਦੇ ਨੇ, ਇਹ ਸਿਰਫ ਸ਼ੁਰੂਆਤ ਹੈ। ਉਹ ਵਰਤਮਾਨ 'ਚ ਅਖਬਾਰ ਲਈ ਇੱਕ ਵਿਗਿਆਪਨ ਕਾਰਜਕਾਰੀ ਵਜੋਂ ਕੰਮ ਕਰਦੀ ਹੈ। ਮਾਟਾ ਰੂਬੀਓ ਮੇਅਰ ਡੌਨ ਮੈਕਲਾਫਲਿਨ ਦੀ ਥਾਂ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਲਗਭਗ 10 ਸਾਲ ਸ਼ਹਿਰ ਦੀ ਅਗਵਾਈ ਕਰਨ ਤੋਂ ਬਾਅਦ ਅਸਤੀਫਾ ਦੇ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਦਿਓ ਇਜਾਜ਼ਤ ਜਸਵੀਰ ਨੂੰ। ਦੇਖਦੇ ਰਹੋ ਟੀਵੀ ਪੰਜਾਬ।